ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਮਾਤ ਪੰਜਵੀਂ ਦੇ ਸਮੂਹ ਵਿਦਿਆਰਥੀਆਂ ਦਾ ਸਵਾਗਤ ਹੈ ਨੈਸ ਅਭਿਆਸ ਸ਼ੀਟ ਨੰਬਰ 35 ਵਿੱਚ। ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਬੱਚਿਓ ਵਿਸ਼ਾ ਪੰਜਾਬੀ। ਇਹਦੇ ਵਿੱਚ ਅੱਜ ਪੰਜਾਬੀ ਵਿਸ਼ੇ ਦੇ ਵਿੱਚ ਵਾਰਤਾਲਾਪ ਦਿੱਤੀ ਗਈ ਹੈ, ਉਸ ਨੂੰ ਪੜ੍ਹਦੇ ਹਾਂ। ਇੱਕ ਦੋਧੀ ਹੈ ਔਰ ਇੱਕ ਮਾਲਕ ਹੈ, ਦੁੱਧ ਲੈਣ ਵਾਲਾ ਘਰ ਵਾਲਾ। ਉਹਨਾਂ ਵਿੱਚ ਵਾਰਤਾਲਾਪ ਹੁੰਦੀ ਹੈ। ਆਓ ਪੜ੍ਹਦੇ ਹਾਂ। ਦੁੱਧ ਵਾਲਾ: ਦੁੱਧ ਲੈ ਲਓ ਜੀ। ਘਰ ਦਾ ਮਾਲਕ: ਸਹੀ ਆਵਾਜ਼ ਦਿਆ ਕਰ ਮੱਖਣ ਸਿਆਂ, ਪਾਣੀ ਲੈ ਲਿਓ ਕਿਆ ਕਰ। ਦੁੱਧ ਵਾਲਾ: ਸਰਦਾਰ ਸਾਹਿਬ, ਖਾਲਸ ਦੁੱਧ ਭਲਾ ਹੁਣ ਕਿਹਦੇ ਹਜਮ ਆਉਂਦਾ? ਤੁਹਾਡੀ ਸਿਹਤ ਦਾ ਹੀ ਖਿਆਲ ਰੱਖੀਏ, ਤੁਹਾਡੀ ਸਿਹਤ ਦਾ ਹੀ ਖਿਆਲ ਰੱਖੀਦਾ। ਘਰ ਦਾ ਮਾਲਕ: ਰਹਿਣ ਦੇ ਭਾਈ, ਸਾਡੀ ਸਿਹਤ ਨੂੰ ਰਹਿਣ ਦੇ ਭਾਈ, ਸਾਡੀ ਸਿਹਤ ਦਾ ਖਿਆਲ ਰੱਖਣ ਨੂੰ। ਪਾਣੀ ਵਾਲਾ ਦੁੱਧ ਪੀ ਕੇ ਦੱਸ ਕੌਣ ਭਲਵਾਨ ਬਣ ਜੂ। ਦੁੱਧ ਵਾਲਾ: ਕਾਹਨੂੰ ਗੁੱਸੇ ਹੁੰਦੇ ਹੋ ਜਨਾਬ, ਮੈਂ ਤਾਂ ਤੁਹਾਨੂੰ ਮਖੌਲ ਕਰਦਾ ਸੀ। ਘਰ ਦਾ ਮਾਲਕ: ਕੀ ਮਤਲਬ ਹੈ? ਦੁੱਧ ਵਾਲਾ: ਦੁੱਧ ਤਾਂ ਮੈਂ ਤੁਹਾਨੂੰ ਖਾਲਸ ਹੀ ਦੇ ਰਿਹਾ, ਪਰ ਮਹਿੰਗਾਈ ਬੜੀ ਵੱਧ ਗਈ ਹੈ। ਪਸ਼ੂਆਂ ਦੀ ਖੁਰਾਕ ਵੀ ਬਹੁਤ ਮਹਿੰਗੀ ਹੋ ਗਈ ਹੈ। ਮੇਰਾ ਹੱਥ ਬੜਾ ਤੰਗ ਹੋ ਗਿਆ ਹੈ। ਭਲਾ ਯਾਦ ਕਰੋ ਕਿ ਤੁਸੀਂ ਪਿਛਲੀ ਵਾਰ ਦੁੱਧ ਦਾ ਭਾਅ ਕਦੋਂ ਵਧਾਇਆ ਸੀ। ਘਰ ਦਾ ਮਾਲਕ ਸੋਚੀ ਪੈ ਜਾਂਦਾ ਹੈ। ਹਾਂ ਮੱਖਣਾ, ਗੱਲ ਤਾਂ ਤੇਰੀ ਜਮਾਂ ਸਹੀ ਆ। ਪਿਛਲੇ 3 ਸਾਲਾਂ ਤੋਂ ਅਸੀਂ ਉਹੀ ਰੇਟ ਦੇਈ ਜਾਂਦੇ ਹਾਂ। ਦੁੱਧ ਵਾਲਾ ਹੱਸਦਾ ਹੋਇਆ: ਬਸ ਤੁਸੀਂ ਹੁਣ ਖਾਲਸ ਦੁੱਧ ਦਾ ਭਾਅ ਹੀ ਖਾਲਸ ਕਰ ਦਿਓ। ਘਰ ਦਾ ਮਾਲਕ: ਜ਼ਰੂਰ। ਕੱਲ੍ਹ ਅਗਸਤ ਮਹੀਨੇ ਦੀ 1 ਤਰੀਕ ਹੈ। ਜੋ ਤੂੰ ਕਹੇਂਗਾ ਉਹ ਭਾਅ ਦਿਆਂਗੇ। ਦੋਵੇਂ ਖੁਸ਼ ਹੋ ਜਾਂਦੇ ਹਨ। ਸੋ ਇਹ ਸੀ ਵਾਰਤਾਲਾਪ ਦੁੱਧ ਵਾਲਾ ਅਤੇ ਦੁੱਧ ਲੈਣ ਵਾਲੇ ਦੇ ਵਿਚਕਾਰ। ਆਓ ਇਹਨਾਂ ਦੇ ਆਧਾਰ 'ਤੇ ਹੀ ਹੁਣ ਸੱਲੇ ਪ੍ਰਸ਼ਨ ਨੇ, ਉਹਨਾਂ ਦੇ ਉੱਤਰ ਆਪਾਂ ਭਾਲਾਂਗੇ। ਪਹਿਲਾ ਪ੍ਰਸ਼ਨ ਹੈ, ਦੁੱਧ ਵੇਚਣ ਵਾਲੇ ਦਾ ਕੀ ਨਾਂ ਹੈ? ਤਾਂ ਦੁੱਧ ਵੇਚਣ ਵਾਲੇ ਦਾ ਨਾਮ ਪਹਿਲੀ ਲਾਈਨ ਦੇ ਵਿੱਚ ਹੀ ਦੱਸਿਆ ਹੋਇਆ। ਦੂਸਰੀ ਲਾਈਨ ਜਦੋਂ ਮਾਲਕ ਆਵਾਜ਼ ਦਿੰਦਾ, ਉਹਨੂੰ ਗੱਲਬਾਤ ਸ਼ੁਰੂ ਕਰਦਾ, ਮੱਖਣ ਸਿੰਘ ਉਹਦਾ ਨਾਂ ਹੈ। ਸੋ ਉੱਤਰ ਆਏਗਾ ਈੜੀ। ਪ੍ਰਸ਼ਨ ਨੰਬਰ 2, ਮਹਿੰਗਾਈ ਕਰਕੇ ਮੇਰਾ ਹੱਥ ਤੰਗ ਹੋ ਗਿਆ ਹੈ। ਉਪਰੋਕਤ ਵਾਕ ਵਿੱਚ ਹੱਥ ਤੰਗ ਹੋ ਗਿਆ ਹੈ ਤੋਂ ਕੀ ਭਾਵ ਹੈ? ਸੋ ਹੱਥ ਤੰਗ ਹੋਣਾ ਬੱਚਿਓ ਇੱਕ ਮੁਹਾਵਰਾ ਹੈ। ਇਸ ਦਾ ਮਤਲਬ ਇਹ ਹੈ ਕਿ ਤੰਗੀ ਆ ਜਾਣਾ, ਪੈਸੇ ਦੀ ਕਮੀ ਆ ਜਾਣਾ। ਸੋ ਇਸ ਦਾ ਉੱਤਰ ਹੱਥ ਛੋਟਾ ਹੋ ਗਿਆ ਨਹੀਂ ਆਏਗਾ। ਪੈਸੇ ਘੱਟ ਹਨ, ਇਹ ਇਸ ਦਾ ਉੱਤਰ ਆਏਗਾ। ਖਰਚ ਘੱਟ ਗਿਆ ਇਹ ਨਹੀਂ ਹੈ। ਹੱਥ ਉੱਤੇ ਕੱਟ ਲੱਗ ਗਈ ਇਹ ਵੀ ਨਹੀਂ ਹੈ। ਐੜਾ ਜਿਹੜਾ ਹੈ ਇਸ ਦਾ ਸਹੀ ਉੱਤਰ ਹੋਵੇਗਾ। ਪ੍ਰਸ਼ਨ ਨੰਬਰ 3, ਜਿਸ ਦਿਨ ਉਪਰੋਕਤ ਗੱਲਬਾਤ ਹੋ ਰਹੀ ਹੈ ਉਸ ਦਿਨ ਕਿੰਨੀ ਤਰੀਕ ਹੈ? ਤਾਂ ਤੁਹਾਨੂੰ ਯਾਦ ਹੋਏਗਾ ਵਾਰਤਾਲਾਪ ਵਿੱਚ ਉਹਨੇ ਕਿਹਾ ਸੀ ਕਿ ਕੱਲ੍ਹ 1 ਅਗਸਤ ਹੈ, ਤੇਰੇ ਦੁੱਧ ਦਾ ਭਾਅ ਜੋ ਤੂੰ ਕਹੇਂਗਾ ਉਹੀ ਕਰ ਦਿੱਤਾ ਜਾਵੇਗਾ। ਇਸ ਕਰਕੇ 31 ਜੁਲਾਈ ਜਿਹੜੀ ਹੈ ਉਹ ਲਾਸਟ ਹੈ, ਕਿਉਂਕਿ ਜੁਲਾਈ ਮਹੀਨਾ 31 ਦਿਨਾਂ ਦਾ ਹੁੰਦਾ। ਇਸ ਕਰਕੇ ਅਗਸਤ ਵੀ 31 ਦਾ ਹੁੰਦਾ, ਲੇਕਿਨ ਉਹ 1 ਅਗਸਤ ਦੀ ਗੱਲ ਕੀਤੀ ਹੈ, ਕੱਲ੍ਹ ਤੋਂ ਹੈ। ਇਹਦਾ ਮਤਲਬ 31 ਜੁਲਾਈ ਦਾ ਉਹ ਦਿਨ ਹੈ। ਉੱਤਰ ਆਏਗਾ ਈੜੀ। ਘਰ ਦੇ ਮਾਲਕ ਅਨੁਸਾਰ ਦੁੱਧ ਵਿੱਚ ਕਿਸ ਚੀਜ਼ ਦੀ ਮਿਲਾਵਟ ਸੀ? ਸੋ ਦੁੱਧ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਾਣੀ ਦੀ ਮਿਲਾਵਟ ਸੀ, ਜਾਂ ਉਹ ਲੱਸੀ ਸੀ, ਪਾਊਡਰ ਸੀ ਜਾਂ ਚੋਕਲੇਟ ਸੀ। ਤਾਂ ਵੈਸੇ ਬੱਚੇ ਤੁਸੀਂ ਸਾਰੇ ਜਾਣਦੇ ਹੋ ਪਾਊਡਰ ਵੀ ਮਿਕਸ ਕੀਤਾ ਜਾਂਦਾ, ਚਾਕਲੇਟ ਤਾਂ ਮਿਕਸ ਨਹੀਂ ਕੀਤਾ ਜਾਂਦਾ।
ਲੱਸੀ ਮਿਕਸ ਨਹੀਂ ਕੀਤੀ ਜਾਂਦੀ, ਉਲਟਾ ਦੁੱਧ 'ਚੋਂ ਲੱਸੀ ਨਿਕਲਦੀ ਹੈ ਔਰ ਪਾਣੀ ਹੀ ਉਸ ਵਿੱਚ ਮਿਲਿਆ ਹੋਇਆ ਸੀ। ਉੱਤਰ ਆਏਗਾ ਊੜਾ। ਖਾਲਸ ਦੁੱਧ ਤੋਂ ਕੀ ਭਾਵ ਹੈ? ਜਿਹੜਾ ਖਾਲਸ ਦਾ ਮਤਲਬ ਹੁੰਦਾ ਪਿਓਰ, ਬਿਲਕੁਲ ਜਿਹਦੇ ਵਿੱਚ ਕੋਈ ਵੀ ਚੀਜ਼ ਦੀ ਮਿਲਾਵਟ ਨਾ ਹੋਵੇ, ਉਸ ਨੂੰ ਖਾਲਸ ਕਹਿੰਦੇ ਆ। ਬਿਲਕੁਲ ਚਿੱਟਾ ਦੁੱਧ, ਪਾਣੀ ਮਿਲਿਆ ਦੁੱਧ, ਮਿਲਾਵਟ ਰਹਿਤ ਦੁੱਧ ਜਾਂ ਮਲਾਈ ਵਾਲਾ ਦੁੱਧ। ਤਾਂ ਮਿਲਾਵਟ ਰਹਿਤ, ਜਿਹਦੇ ਵਿੱਚ ਕੋਈ ਵੀ ਮਿਲਾਵਟ ਨਾ ਹੋਵੇ ਬੱਚੇ, ਉਸ ਨੂੰ ਖਾਲਸ ਦੁੱਧ ਕਹਿੰਦੇ ਆ। ਉੱਤਰ ਆਏਗਾ ਈੜੀ। ਅੱਗੇ ਚੱਲਦੇ ਹਾਂ। ਵਿਸ਼ਾ ਗਣਿਤ। 10 ਤੋਂ ਅਗਲੀ ਤਿਕੋਣੀ ਸੰਖਿਆ ਪਤਾ ਕਰੋ। ਸੋ ਜਦੋਂ ਤਿਕੋਣੀ ਸੰਖਿਆ ਬੇਟਾ ਪਤਾ ਕਰਨੀ ਹੁੰਦੀ ਹੈ, ਉਦੋਂ ਤਿਕੋਣ ਹੀ ਬਣਨੀ ਚਾਹੀਦੀ ਹੈ। ਔਰ ਤੁਸੀਂ ਡਰਾ ਕਰਕੇ ਆਪੋ ਆਪਣੀ ਕਾਪੀਆਂ 'ਤੇ ਦੇਖ ਸਕਦੇ ਹੋ, ਆਪਣੇ ਅਧਿਆਪਕਾਂ ਨੂੰ ਪੁੱਛ ਸਕਦੇ ਹੋ, ਤੁਹਾਡੀ ਹੈਲਪ ਕਰਨਗੇ। ਇਸ ਦਾ ਉੱਤਰ ਜਿਹੜਾ ਹੈ ਉਹ ਤਿਕੋਣੀ ਸੰਖਿਆ ਜਿਹੜੀ ਹੈ ਉਹ 10 ਤੋਂ ਅੱਗੇ ਜਿਹੜੀ ਹੈ ਉਹ ਬਣੇਗੀ। ਤੁਹਾਨੂੰ ਮੈਂ ਬਿੰਦੂ ਡਾਟ ਲਾ ਕੇ ਵੀ ਦਿਖਾ ਦਿੰਦਾ। ਜਿਵੇਂ ਥੱਲੇ 4 ਬਿੰਦੂ ਨੇ, ਤਾਂ ਇੱਥੇ ਬਣਨਗੇ ਹੁਣ 5 ਬਿੰਦੂ। ਉਸ ਤੋਂ ਅੱਗੇ 3 ਬਿੰਦੂ ਨੇ, ਹੁਣ ਬਣਨਗੇ 4 ਬਿੰਦੂ। ਉਸ ਤੋਂ ਅੱਗੇ ਉੱਪਰ 3 ਬਿੰਦੂ। ਔਰ ਉਸ ਤੋਂ ਉੱਪਰ 2 ਬਿੰਦੂ ਔਰ ਲਾਸਟ 'ਤੇ 1 ਬਿੰਦੂ। ਇਸ ਤਰ੍ਹਾਂ ਇਹ ਨਵੀਂ ਤਿਕੋਣ ਬਣ ਜਾਵੇਗੀ। ਹੁਣ ਤੁਸੀਂ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ ਕਰ ਸਕਦੇ ਹੋ। 5 ਔਰ 4 9, 9 ਔਰ 3 12, 13 14 ਅਤੇ 15। ਟੋਟਲ 15 ਸਰਕਲ ਬਣ ਜਾਂਦੇ ਨੇ, ਇੱਕ ਤਿਕੋਣ ਤਿਆਰ ਹੋ ਜਾਂਦੀ ਹੈ। ਨੈਕਸਟ ਵਾਲੀ ਉੱਤਰ ਆਏਗਾ 15 ਐੜਾ। ਅਗਲਾ ਪ੍ਰਸ਼ਨ, 9 ਤੋਂ ਅਗਲੀ ਵਰਗ ਸੰਖਿਆ। ਹੁਣ ਇਹਦਾ ਬਿਲਕੁਲ ਉਦਾਹਰਨ ਤੁਹਾਨੂੰ ਥੱਲੇ ਦਿੱਤੀ ਗਈ ਹੈ ਬੱਚਿਓ। ਉਦਾਹਰਨ ਦੇ ਨਾਲ ਹੀ ਤੁਸੀਂ ਇਸ ਦਾ ਹੱਲ ਲੱਭ ਸਕਦੇ ਹੋ, ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈ। ਜਿਵੇਂ 1 ਨੂੰ 1 ਨਾਲ ਗੁਣਾ ਕੀਤਾ 1 ਆ ਗਿਆ, 2 ਦੂਣੀ 4, 3 ਤਿਆ 9, ਤਾਂ ਅੱਗੇ ਕੀ ਆਏਗਾ? 5 5 25। ਸੋ ਉੱਤਰ ਆ ਜਾਏਗਾ ਪੂਰਾ। ਨੈਕਸਟ ਪ੍ਰਸ਼ਨ ਵੇਖते हैं। ਸ਼ਾਰਟ ਨੂੰ ਦੇਖ ਕੇ ਉੱਤਰ ਦਿਓ। ਸ਼ਾਰਟ ਮੈਂ ਬੜੀ ਵਾਰ ਸਮਝਾ ਚੁੱਕਾ ਬੇਟਾ ਹਰ ਵਾਰੀ ਹੀ ਸ਼ਾਰਟ ਦਾ ਪ੍ਰਸ਼ਨ ਆਉਂਦਾ। ਇੱਕ ਛੜ ਵਾਂਗੂ ਇੱਕ ਗ੍ਰਾਫ ਬਣਿਆ ਛੜ ਦੀ ਸ਼ਕਲ ਦਾ, ਜਿਹਦੇ ਵਿੱਚ ਡਾਟਾ ਭਰਿਆ ਗਿਆ ਹੈ। ਇੱਕ ਵਰਟੀਕਲ, ਇੱਕ ਹੋਰੀਜ਼ੋਨਟਲ, ਇੱਕ ਖੜੇ ਦਾ, ਇੱਕ ਲੇਟਵੇਂ ਦਾ। ਜਿਹੜਾ ਖੜਵੇਂ ਦਾ ਹੈ ਉਹਦੇ ਵਿੱਚ ਵੀ ਡਾਟਾ ਹੈ, ਜਿਹੜਾ ਲੇਟਵੇਂ ਦਾ ਹੈ ਉਹਦੇ ਵਿੱਚ ਵੀ ਡਾਟਾ ਹੈ। ਹੁਣ ਇਹਦੇ ਵਿੱਚ ਜਿਹੜਾ ਖੜੇ ਦਾ ਹੈ, ਇਸ ਨੂੰ ਅਸੀਂ ਬੱਚਿਆਂ ਦੀ ਗਿਣਤੀ ਭਰੀ ਗਈ ਹੈ ਇਹਦੇ ਵਿੱਚ, ਔਰ ਜਿਹੜਾ ਲੇਟਵੇਂ ਦਾ ਹੈ ਇਹ ਸਕੂਲ ਤੋਂ ਦੂਰੀ ਭਰੀ ਗਈ ਹੈ। ਹੁਣ ਪ੍ਰਸ਼ਨ ਇਹ ਹੈ, ਕਿੰਨੇ ਬੱਚੇ ਸਕੂਲ ਤੋਂ 5 ਕਿਲੋਮੀਟਰ ਜਾਂ ਤੋਂ ਦੂਰੀ 'ਤੇ ਰਹਿੰਦੇ ਹਨ? ਜ਼ਿਆਦਾ ਆਉਣਾ ਸੀ ਇੱਥੇ, ਜਾਂ ਨਹੀਂ ਆਉਣਾ। ਕਿੰਨੇ ਬੱਚੇ ਸਕੂਲ ਤੋਂ 5 ਕਿਲੋਮੀਟਰ ਤੋਂ ਜ਼ਿਆਦਾ ਦੂਰੀ 'ਤੇ ਰਹਿੰਦੇ ਹਨ? ਤਾਂ 5 ਕਿਲੋਮੀਟਰ ਤੋਂ ਜ਼ਿਆਦਾ ਦੂਰੀ 'ਤੇ ਕਿੰਨੇ ਬੱਚੇ ਰਹਿੰਦੇ ਨੇ? ਉਹ ਇਹ ਬਾਰ ਹੈ, ਇਹ ਛੜ ਹੈ। ਹੁਣ ਇਸ ਛੜ ਨੂੰ ਜਿਹੜਾ ਹੈ ਆਪਾਂ ਦੇਖਾਂਗੇ ਕਿੱਥੇ ਲਾਈ ਕਰਦੀ ਹੈ। ਤਾਂ ਇਹ ਛੜ ਜਿਹੜੀ ਹੈ ਇਹ 30 ਬੱਚਿਆਂ 'ਤੇ ਲਾਈ ਕਰਦੀ ਹੈ। ਇਸ ਦਾ ਮਤਲਬ ਇਹ ਹੈ ਕਿ 30 ਬੱਚੇ ਜਿਹੜੇ ਨੇ 5 ਕਿਲੋਮੀਟਰ ਤੋਂ ਜ਼ਿਆਦਾ ਦੂਰੀ 'ਤੇ ਸਕੂਲ ਤੋਂ ਰਹਿੰਦੇ ਨੇ। ਉੱਤਰ ਆਏਗਾ ਐੜਾ। ਅਗਲਾ ਪ੍ਰਸ਼ਨ, ਮੇਰੇ ਕੋਲ ਹੇਠਾਂ ਦਿਖਾਏ ਅਨੁਸਾਰ ਕੁਝ ਕਰੰਸੀ ਨੋਟ ਹਨ। ਇਹਨਾਂ ਨੋਟਾਂ ਦੀ ਸਹਾਇਤਾ ਨਾਲ ਬਣਨ ਵਾਲੀ ਸੰਖਿਆ ਪਤਾ ਕਰੋ। ਬਹੁਤ ਹੀ ਆਸਾਨ ਹੈ, ਨੋਟ ਗਿਣਨੇ ਨੇ, ਸੰਖਿਆ ਦੱਸ ਦੇਣੀ ਹੈ ਜੋੜ ਕਰਕੇ। ਹੁਣ ਸਾਡੇ ਕੋਲ ਜਿਹੜੇ ਨੇ, ਮੈਂ ਜ਼ੂਮ ਕਰਦਾ, ਇੱਕ ਨੋਟ 2000 ਦਾ ਹੈ, 3 ਨੋਟ 500 ਰੁਪਏ ਦੇ ਨੇ, ਇਹ ਬਣ ਗਏ 3500। ਉਸ ਤੋਂ ਬਾਅਦ 5 ਨੋਟ 100 ਰੁਪਏ ਦੇ ਨੇ, ਬਣ ਗਿਆ 4000। ਉਸ ਤੋਂ ਬਾਅਦ 4 ਨੋਟ 10 ਦੇ ਨੇ, 5040, ਔਰ 1 ਰੁਪਏ ਦੇ 5 ਨੋਟ ਨੇ, ਬਣ ਗਏ 45। 5045 ਰੁਪਏ ਬਣ ਗਏ ਨੇ।
ਸੌਰੀ 4045 ਰੁਪਏ 4045 ਰੁਪਏ ਜਿਹੜੇ ਨੇ ਇਹ ਸਾਡੇ ਕੋਲ ਦਿਖਾਈ ਦੇ ਰਹੇ ਨੇ ਉੱਤਰ ਊੜੇ ਦੇ ਵਿੱਚ। ਸੋ ਇਹੀ ਉੱਤਰ ਹੋਏਗਾ। ਪ੍ਰਸ਼ਨ ਨੰਬਰ 5, ਸਿਮਰਨ ਕੋਲ 5832 ਰੁਪਏ ਹਨ। ਉਸ ਦੀ ਭੈਣ ਪ੍ਰਭਜੋਤ ਕੋਲ 3565 ਰੁਪਏ ਹਨ। ਸਿਮਰਨ ਕੋਲ ਆਪਣੀ ਭੈਣ ਨਾਲੋਂ ਕਿੰਨੇ ਜ਼ਿਆਦਾ ਰੁਪਏ ਹਨ। ਇੱਥੇ ਕਿੰਨੇ ਜ਼ਿਆਦਾ ਆਉਣੇ ਸੀ, ਇੱਥੇ ਮਿਸਪ੍ਰਿੰਟ ਹੈ। ਕੋਲ ਕਿੰਨੇ ਜ਼ਿਆਦਾ ਰੁਪਏ ਹਨ ਘਟਾਓ ਕਰਾਂਗੇ। ਸੋ ਸਿਮਰਨ ਕੋਲ ਨੇ 5832 और प्रभजोत कोल ने 3565। घटाओ करांगे। ₹2267 ये साढ़े को सस्ता उत्तर। 2267 रुपए ਜਿਹੜੇ ਨੇ ਸਿਮਰਨ ਕੋਲ ਨਾਲੋਂ ਪ੍ਰਭਜੋਤ ਕੋਲ ਘੱਟ ਨੇ, ਸਿਮਰਨ ਕੋਲ ਜ਼ਿਆਦਾ ਨੇ। ਸੋ ਇਹਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਸਿਮਰਨ ਜਿਹੜੀ ਭੈਣ ਹੈ ਪ੍ਰਭਜੋਤ ਦੀ, ਉਹਦੇ ਕੋਲ ਜ਼ਿਆਦਾ ਪੈਸੇ ਨੇ। ਕਿੰਨੇ? 2267 ਰੁਪਏ। ਅੱਗੇ ਸਾਡੇ ਕੋਲ ਵਿਸ਼ਾ ਵਾਤਾਵਰਨ। ਪ੍ਰਸ਼ਨ ਪੜ੍ਹਦੇ ਹਾਂ। ਪੌਦੇ ਦੇ ਵੱਖ-ਵੱਖ ਭਾਗਾਂ ਤੋਂ ਨਵੇਂ ਪੌਦੇ ਉਗਾਏ ਜਾਂਦੇ ਹਨ। ਇਸ ਸੰਬੰਧੀ ਕਿਹੜਾ ਜੋੜਾ ਸਹੀ ਹੈ? ਸੋ ਵੱਖ-ਵੱਖ ਪੌਦੇ ਦੇ ਭਾਗ ਜਿਹੜੇ ਉਹਨਾਂ ਤੋਂ ਉਗਾਏ ਜਾਂਦੇ ਨੇ, ਥੱਲੇ ਦਿੱਤਾ ਹੈ। ਆਲੂ ਜਿਹੜਾ ਹੈ ਜੜ੍ਹ ਤੋਂ ਉਗਾਇਆ ਜਾਂਦਾ ਹੈ। ਪੁਦੀਨਾ ਬੀਜ ਤੋਂ ਸਹੀ ਹੈ। ਪੱਥਰ ਚੱਟ ਪੱਤੇ ਤੋਂ, ਤੇ ਗੁਲਾਬ ਦਾ ਪੌਦਾ ਬੀਜ ਤੋਂ। ਹੁਣ ਗੁਲਾਬ ਦਾ ਪੌਦਾ ਜਿਹੜਾ ਹੈ ਬੀਜ ਤੋਂ ਵੀ ਉਗਾਇਆ ਜਾਂਦਾ ਹੈ, ਕਲਮ ਵੀ ਲਗਾਈ ਜਾਂਦੀ ਹੈ। ਲੇਕਿਨ ਪੱਥਰ ਚੱਟ ਦਾ ਪੱਤਾ ਇਹੋ ਜਿਹਾ ਹੈ, ਪੱਥਰ ਚੱਟ ਪੌਦਾ ਇਹੋ ਜਿਹਾ ਹੈ ਜਿਹੜਾ ਕਲਮ ਤੋਂ, ਪੱਤੇ ਤੋਂ, ਹਰ ਭਾਗ ਤੋਂ ਜਿਹੜਾ ਹੈ ਬੀਜ ਤੋਂ ਉਗਾਇਆ ਜਾ ਸਕਦਾ ਹੈ। ਇਸ ਕਰਕੇ ਉੱਤਰ ਆਏਗਾ ਈੜੀ। ਮਨੁੱਖ ਜਾਨਵਰਾਂ ਤੋਂ ਤੇ ਕਿਵੇਂ ਨਿਰਭਰ ਕਰਦਾ ਹੈ, ਤੇ ਕਿੱਦਾਂ ਡਿਪੈਂਡਡ ਹੈ ਜਾਨਵਰਾਂ ਤੋਂ? ਉਹਨਾਂ ਨੂੰ ਕੀ ਫਾਇਦਾ ਹੁੰਦਾ ਮਨੁੱਖਾਂ ਨੂੰ? ਜਾਨਵਰਾਂ ਨੂੰ ਢੋਆ ਢੁਆਈ ਲਈ ਜਿਹੜਾ ਹੈ ਉਹ ਵਰਤੋਂ ਕਰਦੇ ਆ। ਦੁੱਧ, ਮਾਸ ਅਤੇ ਅੰਡੇ ਦਾ ਕਾਰੋਬਾਰ ਕਰਦੇ ਆ। ਆਪਣੀ ਲੋੜ ਲਈ ਭੋਜਨ ਪਦਾਰਥ ਪ੍ਰਾਪਤ ਕਰਦੇ ਆ। ਉਪਰੋਕਤ ਸਾਰੇ ਕਾਰਨਾਂ ਕਰਕੇ, ਤਾਂ ਸਾਰੇ ਕਾਰਨ ਹੀ ਮੌਜੂਦ ਹਨ। ਤਿੰਨੇ ਕਾਰਨ ਸਹੀ ਹਨ। ਉੱਤਰ ਆਏਗਾ ਸੱਸਾ। ਪ੍ਰਸ਼ਨ ਨੰਬਰ 3, ਛੋਟੇ ਕਿਸਾਨ ਖੇਤੀ ਕਰਨ ਲਈ ਖੇਤੀਬਾੜੀ ਦੇ ਸਾਰੇ ਸੰਦ ਨਹੀਂ ਖਰੀਦ ਸਕਦੇ। ਇੱਕ ਦੂਜੇ ਦੇ ਸਹਿਯੋਗ ਨਾਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਇੱਕ ਅਦਾਰਾ ਬਣਾਉਂਦੇ ਹਨ। ਉਸ ਨੂੰ ਕੀ ਕਿਹਾ ਜਾਂਦਾ ਹੈ? ਤਾਂ ਬੜੀ ਵਾਰ ਪ੍ਰਸ਼ਨ ਆਇਆ ਹੈ, ਹਰ ਵਾਰੀ ਪ੍ਰਸ਼ਨਾਵਲੀ ਦੇ ਵਿੱਚ ਪ੍ਰਸ਼ਨ ਤਕਰੀਬਨ ਆ ਹੀ ਜਾਂਦਾ ਹੈ, ਦੂਸਰੀ ਤੀਸਰੀ ਪ੍ਰਸ਼ਨਾਵਲੀ ਦੇ ਵਿੱਚ। ਤਾਂ ਉਸ ਨੂੰ ਕਹਿੰਦੇ ਹਨ ਸਹਿਕਾਰੀ ਸਭਾ, ਪੰਚਾਇਤ, ਨੌਜਵਾਨ ਭਲਾਈ ਕਲੱਬ ਜਾਂ ਰਾਜਨੀਤਿਕ ਦਲ। ਤਾਂ ਉਸ ਨੂੰ ਅਸੀਂ ਸਹਿਕਾਰੀ ਸਭਾ ਬੱਚਿਓ ਕਹਿੰਦੇ ਹਾਂ। ਉੱਤਰ ਆਏਗਾ ਊੜਾ। ਬੈਂਕ ਵਿੱਚ ਬਚਤ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਉਣ ਨਾਲ ਸੁਰੱਖਿਅਤ ਰਹਿੰਦੇ ਹਨ ਅਤੇ ਉਹਨਾਂ 'ਤੇ ਕੀ ਲੱਗਦਾ ਹੈ? ਟੈਕਸ ਲੱਗਦਾ ਹੈ, ਖਰਚਾ ਵੀ ਪੈਂਦਾ ਹੈ, ਵਿਆਜ ਮਿਲਦਾ ਹੈ ਜਾਂ ਘਾਟਾ ਪੈ ਜਾਂਦਾ ਹੈ। ਤਾਂ ਜਿਹੜਾ ਅਕਾਊਂਟ ਅਸੀਂ ਇੰਗਲਿਸ਼ ਦੀ ਆਪਣੀ ਬੁੱਕ 'ਚੋਂ ਲੈਸਨ ਹੀ ਪੜ੍ਹਿਆ ਸੀ, ਬੈਂਕ ਆਵਰ ਨੀਡ, ਉਹਦੇ ਵਿੱਚ ਦੱਸਿਆ ਗਿਆ ਸੀ ਕਿ ਜਦੋਂ ਅਸੀਂ ਅਕਾਊਂਟ ਖੁਲਾਉਂਦੇ ਹਾਂ ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਣੇ ਤਾਂ ਵਿਆਜ ਵੀ ਮਿਲਦਾ ਹੈ। ਹੋਰ ਵੀ ਬਹੁਤ ਕੁਛ ਉਸ ਲੈਸਨ ਵਿੱਚ, ਉਸ ਤੋਂ ਹੀ ਤੁਸੀਂ ਸਿੱਧ ਲੈ ਕੇ ਦੱਸ ਸਕਦੇ ਹੋ ਕਿ ਬੈਂਕ ਵਿੱਚ ਵਿਆਜ ਵੀ ਮਿਲਦਾ ਹੈ। ਉੱਤਰ ਆਏਗਾ ਈੜੀ। ਅਗਲਾ ਪ੍ਰਸ਼ਨ, ਜੰਗਲ ਵਿੱਚ ਇੱਕ ਬਾਘ ਮੂਤਰ ਦੀ ਗੰਧ ਸੁੰਘ ਕੇ ਦੂਜੇ ਬਾਘ ਦੇ ਖੇਤਰ ਦੀ ਪਹਿਚਾਣ ਕਰ ਲੈਂਦਾ ਹੈ। ਇਸ ਤਰ੍ਹਾਂ ਇਹ ਆਪਣੇ ਇਲਾਕੇ ਵਿੱਚ ਹੀ ਸ਼ਿਕਾਰ ਕਰਦੇ ਹਨ ਅਤੇ ਮਾਸਾਹਾਰੀ ਭੋਜਨ ਖਾਂਦੇ ਹਨ। ਇਸ ਤੋਂ ਬਾਘ ਦੀ ਕਿਹੜੀ ਅਸਾਧਾਰਨ ਵਿਸ਼ੇਸ਼ਤਾ ਦਾ ਪਤਾ ਲੱਗਦਾ ਹੈ? ਬਾਘ ਸ਼ਿਕਾਰ ਕਰਦਾ ਹੈ, ਬਾਘ ਮਾਸਾਹਾਰੀ ਭੋਜਨ ਖਾਂਦਾ ਹੈ,
ਬਾਗ ਮੂਤਰ ਦੀ ਗੰਧ ਨਾਲ ਆਪਣੇ ਖੇਤਰ ਦੀ ਪਹਿਚਾਣ ਕਰ ਲੈਂਦਾ ਹੈ। ਉਪਰੋਕਤ ਵਿੱਚੋਂ ਕੋਈ ਵੀ ਕਥਨ ਸਹੀ ਨਹੀਂ ਹੈ। ਤਾਂ ਤੀਸਰਾ ਕਥਨ ਬੜਾ ਸਹੀ ਹੈ, ਜਿਹੜਾ ਦੱਸਿਆ ਗਿਆ ਹੈ ਕਿ ਮਲ ਮੂਤਰ ਦੀ ਗੰਧ ਤੋਂ ਉਸ ਇਲਾਕੇ ਦੀ ਪਰਖ ਕਰ ਲੈਂਦਾ ਹੈ। ਇਹ 'ਚ ਖਾਸ ਵਿਸ਼ੇਸ਼ਤਾ ਹੈ। ਮਾਸ ਤਾਂ ਉਹ ਖਾਂਦਾ ਹੀ ਹੈ, ਠੀਕ ਹੈ, ਜੰਗਲੀ ਜਾਨਵਰ ਵੀ ਹੈ, ਸ਼ਿਕਾਰ ਵੀ ਕਰਦਾ, ਪਰ ਖਾਸ ਵਿਸ਼ੇਸ਼ਤਾ ਉਹ 'ਚ ਇਹ ਹੈ ਕਿ ਉਹ ਆਪਣੀ ਸੁੰਘਣ ਸ਼ਕਤੀ ਨਾਲ ਗੰਧ ਦੀ ਜਿਹੜੀ ਮਲ ਮੂਤਰ ਦੀ ਗੰਧ ਹੈ ਉਹ ਤੋਂ ਜਿਹੜਾ ਹੈ ਅੰਦਾਜ਼ਾ ਲਗਾ ਲੈਂਦਾ ਹੈ ਕਿ ਉਸ ਦਾ ਖੇਤਰ ਹੈ ਜਾਂ ਨਹੀਂ। ਸੋ ਉੱਤਰ ਆਏਗਾ ਈਡੀ। ਅੱਗੇ ਚੱਲਦੇ ਹਾਂ। ਵਿਦਿਆਰਥੀ ਪ੍ਰਸ਼ਨਾਵਲੀ ਪੀਪਲਸ ਕੁਐਸਚਨੇਅਰ। ਕੀ ਤੁਹਾਡੇ ਅਧਿਆਪਕ ਵੱਲੋਂ ਪੜ੍ਹਾਉਣ ਲਈ ਪਾਠ ਪੁਸਤਕ ਤੋਂ ਇਲਾਵਾ ਕੋਈ ਹੋਰ ਪੁਸਤਕ ਦੀ ਵਰਤੋਂ ਕੀਤੀ ਜਾਂਦੀ ਹੈ? ਤਾਂ ਢੇਰਾਂ ਪੁਸਤਕਾਂ ਨੇ ਬੇਟਾ ਸਿਲੇਬਸ ਤੋਂ ਇਲਾਵਾ, ਜਿਸ ਦੀ ਅਸੀਂ ਸਹਾਇਤਾ ਲੈਂਦੇ ਹਾਂ। ਸਹਾਇਕ ਸਮੱਗਰੀਆਂ ਨੇ ਸਾਡੇ ਕੋਲ, ਲਾਇਬ੍ਰੇਰੀ ਦੀ ਬੁੱਕਸ ਨੇ, ਠੀਕ ਹੈ, ਹੈਲਪ ਬੁੱਕਸ ਨੇ। ਇਹਨਾਂ ਸਾਰਿਆਂ ਦੀ ਮਦਦ ਨਾਲ ਜਿਹੜਾ ਬੱਚੇ ਉਹ ਤੁਹਾਨੂੰ ਪੜ੍ਹਾਈ ਕਰਾਈ ਜਾਂਦੀ ਹੈ। ਸੋ ਇਸ ਦਾ ਉੱਤਰ ਹਾਂ ਆਏਗਾ। ਪ੍ਰਸ਼ਨ ਨੰਬਰ 2, ਕੀ ਤੁਹਾਨੂੰ ਅਧਿਆਪਕ ਦੀ ਕਹੀ ਹਰ ਗੱਲ ਨੂੰ ਤੁਸੀਂ ਸਮਝ ਲੈਂਦੇ ਹੋ, ਚੰਗੀ ਤਰ੍ਹਾਂ ਸਮਝ ਲੈਂਦੇ ਹੋ? ਇਸ ਦਾ ਉੱਤਰ ਤੁਸੀਂ ਦੇਣਾ ਹੈ। ਅਗਰ ਹਾਂ ਤਾਂ ਹਾਂ ਲਿਖੋਗੇ, ਅਗਰ ਨਹੀਂ ਸਮਝ ਆਉਂਦੀ ਤਾਂ ਨਹੀਂ ਲਿਖੋਗੇ। ਕੀ ਤੁਹਾਡੇ ਘਰ ਅਤੇ ਸਕੂਲ ਵਿੱਚ ਇੱਕੋ ਜਿਹੀ ਭਾਸ਼ਾ ਵਰਤੀ ਜਾਂਦੀ ਹੈ? ਮਤਲਬ ਤੁਸੀਂ ਪੰਜਾਬੀ ਘਰ 'ਚ ਵੀ ਬੋਲਦੇ ਹੋ, ਸਕੂਲ 'ਚ ਤੁਹਾਨੂੰ ਮਾਤ ਭਾਸ਼ਾ 'ਚ ਪੜ੍ਹਾਇਆ ਜਾਂਦਾ ਹੈ, ਜਾਂ ਅੰਗਰੇਜ਼ੀ ਵਿਸ਼ਾ ਜਿਹੜਾ ਹੈ ਉਹ ਘਰ ਵੀ ਬੋਲਿਆ ਜਾਂਦਾ ਹੈ ਜਾਂ ਨਹੀਂ? ਤਾਂ ਉਸ ਬਾਬਤ ਤੁਸੀਂ ਉੱਤਰ ਦੇਣਾ ਹੈ ਕਿ ਜਿਸ ਭਾਸ਼ਾ 'ਚ ਪੜ੍ਹਾਇਆ ਜਾਂਦਾ ਹੈ ਉਹੀ ਭਾਸ਼ਾ ਘਰ ਵਰਤੀ ਜਾਂਦੀ ਹੈ। ਤਾਂ ਉੱਤਰ ਆਏਗਾ ਹਾਂ। ਪ੍ਰਸ਼ਨ ਨੰਬਰ 4, ਤੁਹਾਨੂੰ ਘਰ ਵਿੱਚ ਪੜ੍ਹਾਈ ਕਰਨ ਲਈ ਕੌਣ ਮਦਦ ਕਰਦਾ ਹੈ? ਤਾਂ ਮਾਤਾ ਜੀ ਕਰਦੇ ਨੇ, ਪਿਤਾ ਜੀ ਕਰਦੇ ਨੇ, ਭੈਣ ਭਰਾ ਕਰਦੇ ਨੇ, ਦਾਦਾ ਦਾਦੀ ਜੀ ਕਰਦੇ ਨੇ, ਜਾਂ ਕੋਈ ਹੋਰ? ਤਾਂ ਉਹਦੇ ਮੁਤਾਬਕ ਤੁਸੀਂ ਆਪਣਾ ਉੱਤਰ ਦੇਣਾ ਹੈ। ਇੱਥੇ ਮੈਂ ਟਿਕ ਨਹੀਂ ਲਗਾ ਸਕਦਾ ਕਿਉਂਕਿ ਇਹ ਉੱਤਰ ਤੁਸੀਂ ਸਹੀ ਦੇ ਸਕਦੇ ਹੋ ਕਿ ਤੁਹਾਡੀ ਕੌਣ ਘਰ ਦੇ ਵਿੱਚ ਪੜ੍ਹਾਈ ਕਰਨ ਦੇ ਵਿੱਚ ਮਦਦ ਕਰਦਾ ਹੈ। ਪ੍ਰਸ਼ਨ ਨੰਬਰ 5, ਕੀ ਅਧਿਆਪਕ ਤੁਹਾਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਪੜ੍ਹਾਉਂਦੇ ਹਨ? ਤਾਂ ਇਸ ਦਾ ਉੱਤਰ ਵੀ ਹਾਂ ਆਏਗਾ। ਪ੍ਰੋਜੈਕਟਰ ਲੱਗੇ ਨੇ, ਨਵੀਂ ਟੈਕਨੀਕਸ ਨੇ, ਬੁੱਕਸ ਤੋਂ ਇਲਾਵਾ ਸਹਾਇਕ ਸਮੱਗਰੀ ਹੈ, ਹੋਰ ਵੀ ਬਹੁਤ ਸਾਰੀਆਂ ਵਿਧੀਆਂ ਨੇ ਜਿਨ੍ਹਾਂ ਰਾਹੀਂ ਪੜ੍ਹਾਈ ਕਰਾਈ ਜਾਂਦੀ ਹੈ। ਸੋ ਇਸ ਦਾ ਉੱਤਰ ਹਾਂ ਵਿੱਚ ਆਏਗਾ। ਸੋ ਇਹ ਸੀ ਬੱਚਿਓ ਅੱਜ ਦੀ ਪ੍ਰਸ਼ਨਾਵਲੀ। ਆਸ ਕਰਦਾ ਹਾਂ ਕਿ ਤੁਹਾਨੂੰ ਚੰਗੀ ਲੱਗੀ ਹੋਏਗੀ, ਸਮਝ ਆਈ ਹੋਏਗੀ। ਅਗਲੀ ਪ੍ਰਸ਼ਨਾਵਲੀ 'ਚ ਫਿਰ ਮਿਲਾਂਗੇ। ਸਾਰਿਆਂ ਦਾ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।